ਬੱਚਿਓ ਅੱਜ ਦੀ ਐਮਏ 3rd ਸਮੈਸਟਰ ਦੀ ਇਸ ਵਰਚੁਅਲ ਕਲਾਸ ਦੇ ਵਿੱਚ ਤੁਹਾਡਾ ਸਵਾਗਤ ਹੈ। ਕੱਲ ਅਸੀਂ ਇੰਗਲੈਂਡ ਦੇ ਰਾਜੇ ਦੀਆਂ ਸ਼ਕਤੀਆਂ ਉੱਤੇ ਜਿਹੜੀ ਹੈ ਚਰਚਾ ਕੀਤੀ ਸੀ। ਨਾਲ ਹੀ ਨਾਲ ਮੈਂ ਤੁਹਾਨੂੰ ਇਹ ਵੀ ਦੱਸਿਆ ਸੀਗਾ ਕਿ ਜਿਹੜਾ ਉੱਥੇ ਦਾ ਰਾਜਾ ਹੈਗਾ ਉਹ ਜਿਹੜਾ ਹੈ ਕੋਚ ਦਾ ਪੰਜਵਾਂ ਪਹੀਆ ਨਹੀਂ, ਠੀਕ ਹੈ, ਉਹ ਇੱਕ ਸੰਵਿਧਾਨਿਕ ਮੁਖੀਆ ਹੈ। ਉੱਥੇ ਸੰਵਿਧਾਨਿਕ ਮੁਖੀਆ ਦਾ ਰੋਲ ਜਿਹੜਾ ਹੈ ਰਾਜਾ ਪਲੇ ਕਰਦਾ ਹੈ। ਬਾਕੀ ਦੇਸ਼ਾਂ ਦੇ ਵਿੱਚ ਜਿਹੜਾ ਰਾਸ਼ਟਰਪਤੀ ਹੁੰਦਾ, ਜਿੱਥੇ ਗਣਤੰਤਰੀ ਵਿਵਸਥਾ ਹੈ ਉੱਥੇ ਇਹ ਸਾਰੇ ਕੰਮ ਜਿਹੜਾ ਹੈਗਾ ਰਾਸ਼ਟਰਪਤੀ ਕਰਦਾ ਹੈ। ਸੋ ਅੱਜ ਅਸੀਂ ਇੱਕ ਹੋਰ ਜਿਹੜਾ ਹੈ ਕੁਐਸਚਨ ਕਰਾਂਗੇ ਰਾਜੇ ਦੇ ਨਾਲ ਸੰਬੰਧਿਤ, ਠੀਕ ਹੈ ਜੀ। ਉਹ ਹੈਗਾ The king of Great Britain is not a fifth wheel of the coach। ਇਹ ਕੱਲ ਕੁਐਸਚਨ ਅਸੀਂ ਡਿਸਕਸ ਜਿਹੜਾ ਹੈ ਉਹ ਕਰ ਲਿਆ ਹੋਇਆ। ਹੁਣ ਜਸਟੀਫਿਕੇਸ਼ਨ ਆਫ ਮੋਨਾਰਕੀ ਕਰਨੀ ਹੈ, ਮਤਲਬ ਹਾਲੇ ਤੱਕ ਇੰਗਲੈਂਡ ਦੇ ਵਿੱਚ ਜਿਹੜੀ ਰਾਜਤੰਤਰੀ ਵਿਵਸਥਾ ਹੈ ਉਹ ਕਿਉਂ ਚੱਲ ਰਹੀ ਹੈ ਅਤੇ ਬਾਕੀ ਜਿਹੜੇ ਵਿਸ਼ਵ ਦੇ ਦੇਸ਼ ਆ ਉਹਨਾਂ ਵਿੱਚ ਰਾਜਤੰਤਰ ਪੂਰੀ ਤਰ੍ਹਾਂ ਦੇ ਨਾਲ ਜਿਹੜਾ ਹੈ ਉਹ ਸਮਾਪਤ ਹੋ ਚੁੱਕਾ। ਇਹਦੇ ਪਿੱਛੇ ਕੀ ਕਾਰਨ ਨੇ ਕਿ ਇੰਗਲੈਂਡ ਦੇ ਵਿੱਚ ਪਹਿਲਾ ਜਿਹੜਾ ਮਹੱਤਵਪੂਰਨ ਕਾਰਨ ਹੈਗਾ ਹੈ ਇਹਦੇ ਵਿੱਚ ਜਿਹੜਾ ਮੈਨੂੰ ਲੱਗਦਾ ਹੈ ਉਹ ਇਹ ਹੈ ਕਿ ਜਿਹੜੇ ਇੰਗਲੈਂਡ ਦੇ ਲੋਕ ਹੈਗੇ ਆ, ਉਹ ਇੰਗਲੈਂਡ ਦੇ ਜਿਹੜੇ ਲੋਕ ਆ ਉਹ ਆਪਣੀਆਂ ਪਰੰਪਰਾਵਾਂ ਅਤੇ ਜਿਹੜੀਆਂ ਟ੍ਰੈਡੀਸ਼ਨਸ ਹੈਗੀਆਂ ਉਹਨਾਂ ਵਿੱਚ ਵਿਸ਼ਵਾਸ ਕਰਦੇ। ਇਸ ਕਰਕੇ ਉੱਥੇ ਦੇ ਜਿਹੜੇ ਲੋਕ ਹੈਗੇ ਆ ਉਹ ਉੱਥੇ ਦੇ ਲੋਕ ਜਿਹੜੇ ਆ ਉਹਨਾਂ ਨੇ ਹਾਲੇ ਤੱਕ ਜਿਹੜਾ ਹੈ ਰਾਜਤੰਤਰੀ ਵਿਵਸਥਾ ਨੂੰ ਜਿਹੜਾ ਹੈ ਖਤਮ ਨਹੀਂ ਕੀਤਾ, ਪਰ ਰਾਜੇ ਦੀਆਂ ਸ਼ਕਤੀਆਂ ਸਮੇਂ ਅਤੇ ਪਰਿਸਥਿਤੀਆਂ ਅਨੁਸਾਰ ਜਿਹੜੀਆਂ ਉਹ ਬਦਲ ਚੁੱਕੀਆਂ। ਸੋ ਇਹਦੇ ਵਿੱਚ ਇੱਕ ਵਿਚਾਰਕ ਹੋਇਆ ਹੈ ਇਹਦੇ ਵਿੱਚ ਇੱਕ ਜਿਹੜਾ ਹੈਗਾ ਵਿਚਾਰਕ ਹੋਇਆ ਹੈ, ਉਹਦਾ ਨਾਮ ਹੈ ਹਾਰਵੀ ਅਤੇ ਬਾਟਰ। ਹੁਣ ਹਾਰਵੀ ਅਤੇ ਜਿਹੜੇ ਬਾਟਰ ਹੈ ਉਹ ਕੀ ਕਹਿੰਦੇ ਨੇ? ਹਾਰਵੀ ਅਤੇ ਬਾਟਰ ਕਹਿ ਰਿਹਾ ਹੈ notwithstanding the fact that crown has lost its original powers, it can be said certainly of present century that all those powers have passed into the hands of crown। ਜਿਹੜੀਆਂ ਸ਼ਕਤੀਆਂ ਹੈ ਉਹ ਕਹਿੰਦਾ ਰਾਜੇ ਕੋਲ ਨਹੀਂ ਹੈ, ਵਾਸਤਵਿਕ ਰੂਪ ਦੇ ਵਿੱਚ ਉਹ ਕਰਾਊਨ ਨਾਂ ਦੀਆਂ ਜਿਹੜੀਆਂ ਸੰਸਥਾਵਾਂ ਹੈ ਉਹ ਉਹਦੇ ਕੋਲ ਚਲੇ ਗਈਆਂ, ਠੀਕ ਹੈ। The monarchy has become increasingly popular in the minds and hearts of the people। ਉਹ ਕਹਿੰਦਾ ਜਿਹੜੀ ਉੱਥੇ ਰਾਜਤੰਤਰੀ ਵਿਵਸਥਾ ਹੈ ਉੱਥੇ ਦੇ ਲੋਕਾਂ ਦੇ ਵਿੱਚ ਪ੍ਰਚਲਿਤ ਹੈ ਔਰ ਉਹਨਾਂ ਦੇ ਦਿਲਾਂ ਦੇ ਵਿੱਚ ਜਿਹੜੀ ਹੈ ਵਸਦੀ ਹੈ। ਇਸ ਕਰਕੇ ਉਹਦੀ ਮੋਨਾਰਕੀ ਨੂੰ ਉੱਥੇ ਹਲੇ ਤੱਕ ਜਿਹੜਾ ਹੈ ਜਸਟੀਫਿਕੇਸ਼ਨ ਆਫ ਮੋਨਾਰਕੀ ਜਿਹੜੀ ਹੈ ਕੀਤੀ ਗਈ। ਹੁਣ ਇੱਕ ਸਮੇਂ ਏਦਾਂ ਦਾ ਆਇਆ ਸੀਗਾ, ਕਿਹੜੀ ਡੇਟ ਸੀਗੀ ਉਹ 1649 1609 और 2 लेके 1660 तक 1660 तक, ठीक है जी। ये ਜਿਹੜਾ ਕਾਲ ਸੀਗਾ, however even the people of Great Britain consider the period from 1649 to 1660 as black period in the history, ठीक है जी। इस पीरियड दौरान उत्थे ਜਿਹੜਾ ਇੰਗਲੈਂਡ ਸੀਗਾ ਕੁਝ ਸਮੇਂ ਲਈ 11 ਸਾਲਾਂ ਲਈ ਗਣਤੰਤਰੀ ਵਿਵਸਥਾ ਉੱਤੇ ਜਿਹੜੀ ਸੀਗੀ ਆ ਗਈ ਸੀ ਕਿਸੇ ਵਜ੍ਹਾ ਦੇ ਨਾਲ। ਪਰ ਜਿਹੜੇ ਉੱਥੇ ਦੇ ਲੋਕ ਹੈ ਉਹ ਇਹ ਕਹਿੰਦੇ ਆ ਕਿ ਇਹ ਇੱਕ ਇੰਗਲੈਂਡ ਦੇ ਇਤਿਹਾਸ ਦੇ ਵਿੱਚ ਜਿਹੜਾ ਸੀਗਾ ਇੱਕ ਕਾਲਾ ਦਿਨ ਸੀਗਾ। ਹੁਣ ਅਸੀਂ ਉੱਥੇ ਜਿਹੜੇ ਇੰਗਲੈਂਡ ਦੇ ਲੋਕ ਹੈ ਉਹਨਾਂ ਨੇ ਹਾਲੇ ਤੱਕ ਰਾਜਤੰਤਰੀ ਵਿਵਸਥਾ ਨੂੰ ਕਿਉਂ ਬਣਾ ਕੇ ਰੱਖਿਆ ਹੋਇਆ ਉੱਥੇ? ਕਿਉਂਕਿ ਉੱਥੇ ਦੇ ਜਿਹੜੇ ਲੋਕ ਨੇ ਉਹਨਾਂ ਦਾ ਜਿਹੜਾ ਸੁਭਾਅ ਹੈ ਉਹ ਰੂੜੀਵਾਦੀ ਹੈ, ਉਹ ਆਪਣੀਆਂ ਪਰੰਪਰਾਵਾਂ ਅਤੇ ਸੰਸਥਾਵਾਂ ਵਿੱਚ ਵਿਸ਼ਵਾਸ ਰੱਖਦੇ ਹੈ।
इस करके इंग्लैंड दे विच जिहड़ा राजतंत्र है वो भी एक महत्वपूर्ण संस्था है। इस करके उन्होंने जिहड़ा है राजतंत्री व्यवस्था नूं जिहड़ा है एज इट इज जिहड़ा है वो चलाया। लैक ऑफ रिपब्लिकन सेंटीमेंट्स अमंग दी पीपल, जिहड़े उत्थे दे लोग है वो बदलाव नहीं चाहते क्योंकि उन्होंने जिहड़ी बेसिक सोच है वो रूढ़ीवादी है और उन्होंने लोगों ने विच जिहड़ा गणतंत्रीय व्यवस्था दियां तुसीं कह लो विशेषताएं होंदियां है या उहदे जिहड़े फायदे ते नुकसान हुंदे है वो उहदे प्रति सीरीयस नहीं हैगे, वो उसनूं नहीं लेना चाहते क्योंकि उत्थे इदां ही जिहड़ी व्यवस्था हैगी वो बहुत चंगी तरह चल रही है। इस करके इंग्लैंड दे विच जिहड़ी मोनार्की हैगी है उहनूं जिहड़ा है रिटेन जिहड़ा है वो कीता गया। फिर तीसरा पॉइंट है किंग इज यूजफुल फॉर पार्लीमेंटरी टाइप ऑफ गवर्नमेंट। हुण गणतंत्र की हुंदा तुहानूं सारिਆਂ ਨੂੰ पता है जिथे हैड ऑफ स्टेट जिहड़ा हुंदा है लोगों द्वारा सीधे रूप नाल चुनिया जाए उन्होंने ਆਪਾਂ रिपब्लिक कहने गणतंत्र कहने। सो हुण उत्थे की हैगा उत्थे जिद्दां अगर आप किंग की गल करिए किंग की अगर आप गल करिए इत्थे मैं लिख रहा वाइट बोर्ड पे अगर किंग की गल करिए किंग उत्थे की है नॉमिनल हैड है, सिर्फ नॉमिनल जिहड़ा है वो नॉमिनल हैड है मतलब नामात्र कार्यपालिका। ठीक है जी, नामात्र जिहड़ी है कार्यपालिका वो उत्थे जिहड़ा है किंग हैगा। सो इस करके उत्थे उन्होंने लगता ही नहीं है उत्थे दे लोगों को कि उत्थे असी जिहड़ा है गणतंत्री व्यवस्था लैके आनी है क्योंकि उत्थे हाँ चाहे उत्थे जिहड़ी राजतंत्री व्यवस्था है वो पैतृक है सुभाव दे विच, उहदा पैतृक सुभाव है मतलब जिहड़ा राजे का बेटा या बेटी अगे चल के जिहड़ा है राजा बनते हैं लेकिन वो चाहते ही नहीं है कि क्योंकि ऑलरेडी उत्थे जिहड़ा राजा नॉमिनल हैड है सो सिर्फ एक राजा इलैक्ट नहीं हुंदा लोगों द्वारा बाकी भारत दे विच जिहड़ा राष्ट्रपति उत्थे एज अ नॉमिनल हैड काम करता है वही इंग्लैंड दे विच जिहड़ा है राष्ट्रपति उत्थे काम करता है। ठीक है जी, और चौथा पॉइंट इहदे विच हैगा किंग इज एन एडवाइजर एंड क्रिटिक एंड फ्रेंड। जिहड़ा किंग की है वो सलाह देने का काम भी करता है और आलोचना भी करता है, वो एक तरह का फ्रेंड भी है। ਇਹਦੇ ਵਿੱਚ ਪਹਿਲਾ ਪੁਆਇੰਟ ਇੱਕ ਵਿਚਾਰਕ ਹੋਇਆ ਜਿਹਦਾ ਨਾਂ ਹੈਗਾ ਵਾਲਟਰ ਬਾਇਗॉट। ਵਾਲਟਰ ਬਾਇਗॉट है ਉਹਦਾ ਨਾਂ ਜਿਹੜਾ ਵਿਚਾਰਕ ਹੈਗਾ गुड मॉर्निंग सर। गुड मॉर्निंग। तू अज क्लास मैं शुरू कर दी हुई है तो मैं क्वेश्चन जस्टिफिकेशन ऑफ मोनार्की वाला करा रहा। बाकी जो थोड़ा मिस हो गया मैं तुम्हें इसकी रिकॉर्डिंग होंगी पई है तो मैं तुम्हें बाद च रिकॉर्डिंग इसकी सेंड कर दूँगा। ओके सर। तो ये मैं इस क्वेश्चन के चौथा पॉइंट जोड़ा है वो मैं जोड़ा है डिस्कस जोड़ा है कर रहा सी। तुहानू वाइट बोर्ड दिख रहा है? हाँ जी सर दिख रहा है। हाँ वाइट बोर्ड दिख रहा है ना। हुण मैं एक इत्थे अपने एक मिनट सो जिहड़ा उत्थे हुण किंग हैगा कुछ होर ही होगा चलो रहन दो नहीं यूज करते आप इदां चलते हैं। सो उत्थे मैं पॉइंट डिस्कस करन लगा सीगा कि उत्थे दा जिहड़ा राजा है वो सलाह देने का भी काम करता है आलोचना भी करता है और वो लोगों का जिहड़ा फ्रेंड है। एक इंग्लिश विचारक होया है या राजनीतिक विचारक होया है बायगॉट, उन्हें ब्रिटिश किंग कोल कहंदा तीन तरह के अधिकार है किहड़े-किहड़े सलाह देने का, लोगों को उत्साहित करन दा ਅਤੇ ਵਾਰਨ ਕਰਨ ਦਾ ਅਤੇ ਉਹਨਾਂ ਨੂੰ मतलब ਡਰਾਉਣ ਦਾ ਜਾਂ ਵਾਰਨ ਕਰਨ ਦਾ ਜਾਂ ਧਮਕੀ ਦੇਣ ਦਾ। ਇੱਥੇ ਪ੍ਰੋਫੈਸਰ ਔਗਟ ਜ਼ਿੰਕ ਹੈਗੇ ਆ ਉਹ ਕੀ ਕਹਿੰਦੇ ਆ ਕਿੰਗ ਐਜ਼ ਅ ਕ੍ਰਿਟਿਕ ਐਜ਼ ਅ ਐਡਵਾਈਜ਼ਰ ਐਜ਼ ਅ ਫਰੈਂਡ ਬਿਕੋਜ਼ ਆਫ ਹਿਸ ਲੌਂਗ ਐਕਸਪੀਰੀਅੰਸ ਐਂਡ ਪੋਲੀਟੀਕਲ ਨਿਊਟਰੈਲਿਟੀ। ਉਹ ਕਹਿੰਦਾ ਜਿਹੜਾ ਉੱਥੇ ਦਾ ਰਾਜਾ ਹੈ ਲੋਕਾਂ ਦਾ ਦੋਸਤ ਵੀ ਹੈ, ਲੋਕਾਂ ਨੂੰ ਸਲਾਹ ਦੇਣ ਦਾ ਕੰਮ ਵੀ ਕਰਦਾ ਹੈ ਅਤੇ ਲੋਕਾਂ ਦਾ ਮਿੱਤਰ ਵੀ ਹੈ। क्यों? क्योंकि उत्थे जिहड़ियां राजतंत्र दीयां जड़ां हैगियां वो बहुत ज़्यादा जिहड़ियां
ਮਜ਼ਬੂਤ ਹੈ। ਇਸ ਕਰਕੇ ਜਿਹੜਾ ਹੈ ਉੱਥੇ ਦੇ ਲੋਕਾਂ ਨੇ ਜਿਹੜਾ ਹੈ ਰਾਜਤੰਤਰੀ ਵਿਵਸਥਾ ਨੂੰ ਤਿਆਗਿਆ ਨਹੀਂ ਹੈ, ਉਹਨੂੰ ਜਿਹੜਾ ਹੈਗਾ ਅਪਣਾ ਕੇ ਜਿਹੜਾ ਹੈਗਾ ਉਹ ਰੱਖਿਆ। ਹੁਣ ਜਿਹੜੀ ਕੁਈਨ ਵਿਕਟੋਰੀਆ ਸੀਗੀ ਉਹਨੇ 64 ਸਾਲ ਤੱਕ ਰਾਜ ਕੀਤਾ ਇੰਗਲੈਂਡ ਦੇ ਵਿੱਚ। 64 ਇਅਰਸ ਤੱਕ ਉਹਨੇ ਜਿਹੜਾ ਸੀਗਾ ਰਾਜ ਕੀਤਾ। ਔਰ 1952 ਦੇ ਵਿੱਚ ਜਿਹੜੀ ਕੁਈਨ ਐਲਿਜ਼ਾਬੈਥ II ਸੀਗੀ ਉਹਨੇ ਇੰਗਲੈਂਡ ਦਾ ਜਿਹੜਾ ਸ਼ਾਸਨ ਹੈ ਉਹ ਸੰਭਾਲਿਆ ਸੀ, ਗੱਦੀ ਸੰਭਾਲੀ ਸੀ, ਅਤੇ ਉਸ ਨੂੰ ਵੀ ਜਿਹੜਾ ਰਾਜ ਕਰਦਿਆਂ ਹੋਇਆ 65 ਸਾਲ ਹੋ ਗਏ। ਮਤਲਬ ਇਸ ਤੋਂ ਪਹਿਲਾਂ ਜਿਹੜੀ ਰਾਣੀ ਸੀਗੀ ਉਹਨੇ 64 ਸਾਲਾਂ ਤੱਕ ਰਾਜ ਕੀਤਾ, ਔਰ ਜਿਹੜੀ ਹੁਣ ਵਾਲੀ ਰਾਣੀ ਹੈ ਉਹਦੇ 65 ਸਾਲ ਪੂਰੇ ਹੋ ਚੁੱਕੇ ਹੈ। ਸੋ ਇੱਥੇ ਹੀ ਪਤਾ ਲੱਗਦਾ ਹੈ ਹੁਣ ਰਾਜਤੰਤਰੀ ਵਿਵਸਥਾ ਕਿਉਂ ਨਹੀਂ ਅਪਣਾਈ, ਕਿਉਂਕਿ ਉਹਦੇ ਚਾਹੇ ਰਾਜਤੰਤਰੀ ਵਿਵਸਥਾ ਨਹੀਂ ਹੈ ਪਰ ਉੱਥੇ ਰਾਜਾ ਜਿਹੜਾ ਹੈ ਪੈਤਰਿਕ ਹੈਗਾ ਉਹਦਾ ਅਹੁਦਾ, ਲੇਕਿਨ ਫਿਰ ਉਹ ਜਿਹੜਾ ਰੋਲ ਹੈ ਐਜ਼ ਅ ਰਿਪਬਲਿਕ ਹੈਡ ਦਾ ਹੀ ਪਲੇ ਕਰ ਰਿਹਾ। ਸਮਝ ਆ ਰਹੀ ਗੱਲ? ਆਵਾਜ਼ ਆ ਰਹੀ ਤੁਹਾਨੂੰ? ਹਾਂਜੀ ਸਰ, ਆਵਾਜ਼ ਆਉਂਦੀ ਪਈ ਹੈ। ਅੱਛਾ, ਹੁਣ 5th ਪੁਆਇੰਟ ਇਹਦੇ ਵਿੱਚ ਕਿੰਗ ਇਜ਼ ਸਿੰਬਲ ਆਫ ਯੂਨਿਟੀ। ਹੁਣ ਜਿਹੜਾ ਰਾਜਾ ਹੈ ਉੱਥੇ ਦੇ ਲੋਕ ਰਾਜੇ ਦੀ ਬੜਾ ਆਦਰ ਸਨਮਾਨ ਕਰਦੇ, ਉਹਦੀ ਕਦਰ ਕਰਦੇ ਆ। ਉਹ ਮਤਲਬ ਦੇਸ਼ ਨੂੰ ਉਹਨੇ ਇਕਜੁੱਟ ਕਰਕੇ ਜਿਹੜਾ ਹੈ ਰਾਜਾ ਰੱਖਦਾ ਹੈ। ਸੋ ਇਸ ਕਰਕੇ ਵੀ ਜਿਹੜੇ ਮਨਾਰਕੀ ਹੈ ਉਹਨੂੰ ਉੱਥੋਂ ਜਿਹੜਾ ਹੈ ਖਤਮ ਨਹੀਂ ਕੀਤਾ ਗਿਆ। ਇਸ ਕਰਕੇ ਜਸਟੀਫਿਕੇਸ਼ਨ ਲੋਕ ਦਿੰਦੇ ਕਿ ਉੱਥੇ ਮਨਾਰਕੀ ਨੂੰ ਬਣਾ ਕੇ ਰੱਖਿਆ ਗਿਆ, ਕਿਉਂਕਿ ਮਨਾਰਕੀ ਉੱਥੇ ਲਿਮਿਟਿਡ ਹੋ ਗਈ, ਅਨਲਿਮਿਟਿਡ ਤਾਂ ਹੈ ਨਹੀਂ, ਨਿਰੰਕੁਸ਼ ਸ਼ਾਸਨ ਤਾਂ ਹੈ ਨਹੀਂ, ਰਾਜੇ ਉੱਥੇ ਦੇ ਨਿਰੰਕੁਸ਼ ਨਹੀਂ ਹੈਗੇ। ਕੋਈ ਵੇਲਾ ਹੁੰਦਾ ਸੀਗਾ ਕਿ ਇੰਗਲੈਂਡ ਦੇ ਵਿੱਚ ਜਿਹੜੇ ਰਾਜੇ ਸੀਗੇ ਉਹ ਨਿਰੰਕੁਸ਼ ਜਿਹੜੇ ਹੁੰਦੇ ਸੀ, ਨਿਰੰਕੁਸ਼ ਤਾਂ ਹੈ ਹੀ ਨਹੀਂ ਉੱਥੇ ਕੁਛ। ਸਾਰੀ ਜਿਹੜੀ ਵਿਵਸਥਾ ਹੈ ਉਹ ਬੜੀ ਸਮੂਥਲੀ ਉੱਥੇ ਚੱਲ ਰਹੀ ਹੈ। ਤਾਂ ਸੋ ਅਗਰ ਉੱਥੇ ਜੇ ਵਿਵਸਥਾ ਸਮੂਥਲੀ ਚੱਲ ਰਹੀ ਹੈ ਤਾਂ ਉਹਨੂੰ ਬਦਲਣ ਦੀ ਲੋੜ ਹੈ ਹੀ ਨਹੀਂ, ਉਹਨੂੰ ਬਦਲਿਆ ਜਿਹੜਾ ਹੈ ਨਹੀਂ ਜਾ ਸਕਦਾ। ਸੋ ਉੱਥੇ ਦੇ ਲੋਕ ਬਦਲਣਾ ਵੀ ਨਹੀਂ ਚਾਹੁੰਦੇ, ਕਿਉਂਕਿ ਮੈਂ ਤੁਹਾਨੂੰ ਅੱਗੇ ਵੀ ਦੱਸਿਆ ਕਿ ਜਿਹੜੇ ਇੰਗਲੈਂਡ ਦੇ ਲੋਕ ਹੈਗੇ ਆ ਉਹ ਜਿਹੜੇ ਹੈ ਰੂੜੀਵਾਦੀ ਹੈ, ਸੁਭਾਅ ਦੇ ਵਿੱਚ ਜਿਹੜਾ ਹੈ ਰੂੜੀਵਾਦੀ ਹੈ। ਠੀਕ ਹੈ ਜੀ। ਨੈਕਸਟ ਪੁਆਇੰਟ, ਕਿੰਗ ਇਜ਼ ਸਿੰਬਲ ਆਫ ਯੂਨਿਟੀ ਆਫ ਕਾਮਨਵੈਲਥ ਕੰਟਰੀਜ਼ ਐਂਡ ਬ੍ਰਿਟਿਸ਼ ਡੋਮੀਨੀਅਨ। ਹੁਣ ਡੋਮੀਨੀਅਨ ਕੀ ਹੁੰਦਾ ਮੈਂ ਤੁਹਾਨੂੰ ਪਹਿਲੇ ਵੀ ਦੱਸਿਆ ਸੀਗਾ, ਪਿਛਲੇ ਸਾਲ ਵੀ ਦੱਸਿਆ ਸੀਗਾ। ਹੁਣ ਜਿੱਦਾਂ ਆਸਟ੍ਰੇਲੀਆ ਹੋ ਗਿਆ, ਕੈਨੇਡਾ ਹੋ ਗਿਆ, ਨਿਊਜ਼ੀਲੈਂਡ ਹੋ ਗਿਆ, ਇਹ ਡੋਮੀਨੀਅਨ ਹੈਗੇ ਆ ਇੰਗਲੈਂਡ ਨੂੰ। ਡੋਮੀਨੀਅਨ ਦਾ ਮਤਲਬ ਹੈ ਕਿ ਇਹਨਾਂ ਦੀ ਜਿਹੜੇ ਹੈਡ ਆਫ ਸਟੇਟ ਨਹੀਂ ਹੈ, ਰਿਪਬਲਿਕ ਨਹੀਂ ਹੈ, ਇਹਨਾਂ ਦਾ ਡੋਮੀਨੀਅਨ ਸਟੇਟਸ ਹੈ। ਇਹਨਾਂ ਦਾ ਹੈਡ ਆਫ ਸਟੇਟ ਵੀ ਇਲੈਕਟ ਨਹੀਂ ਹੁੰਦਾ ਔਰ ਇਹਨਾਂ ਦਾ ਹੈਡ ਆਫ ਸਟੇਟ ਕੌਣ ਹੈ? ਇੰਗਲੈਂਡ ਦੀ ਮਹਾਰਾਣੀ। ਸੋ ਜਿਹੜੇ ਕਾਮਨਵੈਲਥ ਹੈਗੇ ਆ ਉਹਨਾਂ ਦੀ ਏਕਤਾ ਦਾ ਵੀ ਪ੍ਰਤੀਕ ਹੈ ਰਾਜਾ, ਇਸ ਕਰਕੇ ਵੀ ਉੱਥੇ ਰਾਜਤੰਤਰ ਨੂੰ ਜਿਹੜਾ ਹੈ ਬਣਾ ਕੇ ਜਿਹੜਾ ਹੈਗਾ ਉਹ ਰੱਖਿਆ ਗਿਆ। ਫਿਰ ਡੀਪ ਰੂਟਿਡ ਲਵ ਫॉर ਕਿੰਗਸ਼ਿਪ, ਮਤਲਬ ਉੱਥੇ ਦੇ ਜਿਹੜੇ ਲੋਕ ਹੈਗੇ ਆ ਉਹਨਾਂ ਨੂੰ ਜਿਹੜਾ ਰਾਜਤੰਤਰੀ ਵਿਵਸਥਾ ਉਹਦੇ ਨਾਲ ਪਿਆਰ ਹੈ, ਸੋ ਉਹਨੂੰ ਉਹ ਤਿਆਗਣ ਦੇ ਪੱਖ ਵਿੱਚ ਨਹੀਂ ਹੈਗੇ। ਫਿਰ ਰਾਜੇ ਨੂੰ ਜਿਹੜਾ ਇੱਕ ਸਮਾਜਿਕ ਮੁਖੀਏ ਦੇ ਰੂਪ ਦੇ ਵਿੱਚ ਵੀ ਦੇਖਿਆ ਜਾਂਦਾ ਹੈ। ਠੀਕ ਹੈ। ਨਾਲੇ ਇੱਕ ਪੁਆਇੰਟ ਹੋਰ ਹੈ, ਕਿੰਗਸ਼ਿਪ ਇਜ਼ ਯੂਜ਼ਫੁਲ ਆਲਸੋ। ਜਿਹੜੀ ਕਿੰਗਸ਼ਿਪ ਹੈਗੀ ਹੈ ਉਹ ਬਹੁਤ ਜ਼ਿਆਦਾ ਜਿਹੜੀ ਹੈ ਯੂਜ਼ਫੁਲ ਹੈ। ਫਿਰ ਉੱਥੇ ਦਾ ਰਾਜਾ ਜਿਹੜਾ ਹੈ ਇੱਕ ਮੀਡੀਏਟਰ ਦਾ ਰੋਲ ਜਿਹੜਾ ਹੈ ਪਲੇ ਕਰਦਾ ਹੈ। ਠੀਕ ਹੈ। ਇੱਥੇ ਐਗਜ਼ਾਮਪਲ ਦਿੱਤੀ ਹੋਈ ਹੈ 1861 ਦੇ ਵਿੱਚ ਗ੍ਰੇਟ ਬ੍ਰਿਟਨ ਐਂਡ ਅਮਰੀਕਾ ਬਾਈ ਹਰ ਇਨਫਲੂਐਂਸ। ਠੀਕ ਹੈ। ਫਰਾਂਸ ਔਰ ਅਮਰੀਕਾ ਦੇ ਵਿੱਚ ਕੋਈ ਗੱਲ ਹੋ ਗਈ ਸੀ, ਉਹਦੇ ਵਿੱਚ ਮਧਿਅਸਥਤਾ ਦਾ ਕੰਮ ਜਿਹੜਾ ਸੀ ਉੱਥੇ ਦੇ ਰਾਜਾ ਨੇ ਇੰਗਲੈਂਡ ਦੇ ਰਾਜੇ ਨਾਲ ਕੀਤਾ ਸੀ। ਠੀਕ ਹੈ ਜੀ। ਸੋ ਇਹ ਕੁਐਸਚਨ ਸੀਗਾ, ਇੰਪੋਰਟੈਂਟ ਕੁਐਸਚਨ ਸੀਗਾ। ਇਸ ਕਰਕੇ ਇੰਗਲੈਂਡ ਦੇ ਵਿੱਚ ਤੁਸੀਂ ਕੰਕਲੂਡ ਜਦੋਂ ਕਰਨਾ ਉਹਦੇ ਵਿੱਚ ਇਹੀ ਲਿਖਣਾ ਹੈਗਾ ਕਿ ਜਿਹੜਾ ਇੰਗਲੈਂਡ ਦਾ ਰਾਜਾ ਹੈ ਜਾਂ ਉੱਥੇ ਜਿਹੜੀ ਰਾਜਤੰਤਰੀ ਵਿਵਸਥਾ ਹੈ, ਕਿਉਂਕਿ ਉੱਥੇ ਦੇ ਲੋਕ ਰੂੜੀਵਾਦੀ ਹੈ, ਉਹ ਆਪਣੀਆਂ ਸੰਸਥਾਵਾਂ ਨੂੰ ਬਣਾਏ ਰੱਖਣ ਦੇ ਪੱਖ ਦੇ ਵਿੱਚ ਹਨ। ਇਸ ਕਰਕੇ ਉੱਥੇ ਰਾਜਤੰਤਰੀ ਵਿਵਸਥਾ ਨੂੰ ਜਿਹੜਾ ਬਹੁਤ ਚੰਗੀ ਤਰ੍ਹਾਂ ਨਾਲ ਅਪਣਾਇਆ ਗਿਆ, ਜਸਟੀਫਾਈਡ ਹੈ, ਔਰ ਉੱਥੇ ਦੇ ਲੋਕ ਰਾਜਤੰਤਰੀ ਵਿਵਸਥਾ ਨੂੰ ਤਿਆਗਣ ਦੇ ਪੱਖ ਦੇ ਵਿੱਚ ਨਹੀਂ ਹੈ। ਹਾਂਜੀ ਜੋਤੀ, ਸਮਝ ਲੱਗ ਗਈ? जी सर, बाकी सर मैं रिकॉर्डिंग सुन लूंगी। ਹਾਂ ਠੀਕ ਹੈ जी सर। हाँ जी। तो ਇਹਦੇ ਨਾਲ ਤੁਹਾਡਾ ਜਿਹੜਾ ਇਹ ਵਾਲਾ ਚੈਪਟਰ ਹੈਗਾ ਖਤਮ ਹੁੰਦਾ ਹੈ।
ਤੇ ਇੱਕ ਕੰਮ ਆਪਾਂ ਕਰੀਏ ਕਿ ਆਪਾਂ ਛੋਟੇ ਕੁਐਸਚਨ ਵੀ ਥੋੜੇ ਬਹੁਤੇ ਜਿਹੜੇ ਆ ਲਿਖਣੇ ਸ਼ੁਰੂ ਕਰੀਏ। हाँ जी सर ठीक है। ਠੀਕ ਹੈ ਜੀ। हाँ ਸੋ जी ਹੁਣ ਉਸ ਤੋਂ ਬਾਅਦ ਅਗਲਾ ਜਿਹੜਾ ਚੈਪਟਰ ਆਪਾਂ ਕੱਲ ਜਿਹੜਾ ਸ਼ੁਰੂ ਕਰਨਾ ਹੈਗਾ ਉਹ ਹੈਗਾ ਕੈਬਨਿਟ ਵਿਵਸਥਾ ਦੀਆਂ ਅਸੀਂ ਵਿਸ਼ੇਸ਼ਤਾਵਾਂ ਕਰਨੀਆਂ। ਪਾਰਲੀਮੈਂਟਰੀ ਗਵਰਨਮੈਂਟ ਕੀ ਹੈ ਜਾਂ ਕੈਬਨਿਟ ਵਿਵਸਥਾ ਤੇ ਪ੍ਰਾਈਮ ਮਿਨਿਸਟਰ ਜਿਹੜਾ ਹੈਗਾ ਉਹਦੀ ਗੱਲ ਕਰਾਂਗੇ। ਠੀਕ ਹੈ ਜੀ, ਇਹ ਕੱਲ ओके। ਚੈਪਟਰ ਸ਼ੁਰੂ ਕਰਾਂਗੇ। ਬਾਕੀ ਹੋਰ ਕਿਸੇ ਨੇ ਨਹੀਂ ਨਾ ਕਲਾਸ ਲਾਈ? नहीं सर। ਕੋਈ ਗੱਲ ਨਹੀਂ, ਚਲੋ ओके सर। थैंक यू सर। ਥੈਂक ਯੂ।